ਅਪਰੋਕਸੀਮੇਟਲੀ ਦੇ ਤੀਜੇ ਭਾਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪ੍ਰੋਪੇਗੇਟਰ ਬਾਰੇ ਪੜ੍ਹਾਂਗੇ ਤੇ ਕੰਪਟਨ ਵੇਵਲੈਂਥ ਬਾਰੇ ਪੜ੍ਹਾਂਗੇ। ਕੁਆਂਟਮ ਫੀਲਡ ਥਿਊਰੀ ਦੇ ਅੰਦਰ ਡਾਇਵਰਜੈਂਸਾਂ ਦੇ ਬਾਰੇ ਕੁਝ ਹੋਰ ਗੱਲ ਕਰਦੇ ਹਾਂ। ਡਾਇਵਰਜੈਂਸਾਂ ਦਾ ਵਾਸਤਾ ਕਣਾਂ ਦੇ ਪੁੰਜ ਦੇ ਨਾਲ ਹੁੰਦਾ ਹੈ। ਕਣ ਭੌਤਿਕ ਵਿਗਿਆਨ ਦੇ ਬਹੁਤ ਸਾਰੇ ਕਣ ਫਾਈਨਮੈਨ ਡਾਇਗਰਾਮਾਂ ਦੇ ਖੋਜਣ ਦੇ ਹਿਸਾਬਾਂ ਤੇ ਨਿਰਭਰ ਕਰਦੇ ਹਨ। ਫਾਈਨਮੈਨ ਡਾਇਗਰਾਮ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਕਰਦੇ ਹਨ, ਜਿਵੇਂ ਸਕੈਟਰਿੰਗ ਪ੍ਰਕਿਰਿਆਵਾਂ ਦੇ ਵਿੱਚ ਪ੍ਰੋਬੇਬਿਲਿਟੀ ਕੈਲਕੂਲੇਟ ਕਰਨੀ ਹੁੰਦੀ ਹੈ, ਜਿਸ ਦੇ ਵਿੱਚ ਕੈਲਕੂਲੇਸ਼ਨਾਂ ਵਿੱਚ ਆਉਣ ਵਾਲੀਆਂ ਸਾਰੇ ਫੇਨਮੈਨ ਡਾਇਗਰਾਮਾਂ ਨੂੰ ਜੋੜਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਪ੍ਰਭਾਵੀ ਲੈਗਰਾਂਜੀਅਨ ਕੈਲਕੂਲੇਟ ਕਰਨ ਦਾ ਵੀ ਕੰਮ ਕਰਦੇ ਹਨ। ਇੱਥੇ ਪ੍ਰਭਾਵੀ ਲੈਗਰਾਂਜੀਅਨ ਤੋਂ ਕੀ ਅਰਥ ਹੈ? ਪਰ ਪ੍ਰਭਾਵੀ ਲੈਗਰਾਂਜੀਅਨ ਤੋਂ ਭਾਵ ਹੈ ਕਿ ਸੰਖੇਪ ਕੀਤਾ ਹੋਇਆ ਲੈਗਰਾਂਜੀਅਨ ਜੋ ਬਹੁਤ ਸਾਰੀਆਂ ਗੁੰਝਲਾਂ ਨੂੰ ਸੰਖੇਪ ਕਰ ਦਿੰਦਾ ਹੈ, ਜੋ ਕੈਲਕੂਲੇਟ ਕਰਨ ਦੇ ਲਈ ਬਹੁਤ ਜ਼ਿਆਦਾ ਕਠਿਨ ਹੁੰਦੀਆਂ ਹਨ। ਪ੍ਰਭਾਵੀ ਲੈਗਰਾਂਜੀਅਨ ਵਿਸ਼ੇਸ਼ ਤੌਰ ਤੇ ਇੱਕ ਕੱਟ ਆਫ ਦੂਰੀ ਸ਼ਾਮਿਲ ਕਰਦੇ ਹਨ। ਦੂਜੇ ਸ਼ਬਦਾਂ ਦੇ ਵਿੱਚ ਇਹ ਇੱਕ ਨਿਊਨਤਮ ਦੂਰੀ ਜਾਂ ਉੱਚਤਮ ਮੋਮੈਂਟਮ ਨੂੰ ਸ਼ਾਮਿਲ ਕਰਦਾ ਹੈ। ਕਿਸੇ ਕਣ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਲਿਜਾਣ ਦੇ ਐਂਪਲੀਟਿਊਡ ਨੂੰ ਪ੍ਰੋਪੇਗੇਟਰ ਕਹਿੰਦੇ ਹਨ। ਇਹਨਾਂ ਦੇ ਫੰਕਸ਼ਨ ਸੰਬੰਧਿਤ ਕੋਆਰਡੀਨੇਟ ਹੁੰਦੇ ਹਨ, ਜਿਸ ਨੂੰ ਡੈਲਟਾ ਕਿਹਾ ਜਾਂਦਾ ਹੈ, ਜੋ ਦੋਵੇਂ ਸਥਾਨਾਂ ਦੀ ਦੂਰੀ ਵਾਲਾ 4 ਵੈਕਟਰ ਹੁੰਦਾ ਹੈ। ਇਹ ਫੋਰੀਅਰ ਟਰਾਂਸਫਾਰਮ ਕੀਤਾ ਹੋਇਆ ਵੀ ਹੋ ਸਕਦਾ ਹੈ, ਜੋ ਕਿਸੇ ਹੋਰ ਵੇਰੀਏਬਲ ਦਾ ਫੰਕਸ਼ਨ ਵੀ ਹੋ ਸਕਦਾ ਹੈ। ਪੋਜੀਸ਼ਨ ਦੇ ਫੋਰੀਅਰ ਟਰਾਂਸਫਾਰਮ ਮੋਮੈਂਟਮ ਹੁੰਦੇ ਹਨ। ਇਸ ਲਈ ਫੈਨਮੈਨ ਡਾਇਗਰਾਮ ਆਮ ਤੌਰ ਤੇ ਮੋਮੈਂਟਮ ਦੀ ਭਾਸ਼ਾ ਦੇ ਵਿੱਚ ਲਿਖੇ ਜਾਂਦੇ ਹਨ, ਜਿਸ ਵਿੱਚ ਮੋਮੈਂਟਮ ਸੁਰੱਖਿਅਤ ਰੱਖਣ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਤਾਂ ਫੈਨਮੈਨ ਡਾਇਗਰਾਮਾਂ ਨੂੰ ਮੋਮੈਂਟਮ ਸਪੇਸ ਦੇ ਵਿੱਚ ਦਰਸਾਇਆ ਜਾਣ ਦਾ ਦੂਜਾ ਤਰੀਕਾ ਹੈ ਕਿ ਜਿਸ ਵਿੱਚ ਫੈਨਮੈਨ ਡਾਇਗਰਾਮ ਮੋਮੈਂਟਮ ਉੱਤੇ ਇੰਟੀਗਰਲ ਬਣ ਜਾਂਦੇ ਹਨ। ਉਦਾਹਰਨ ਦੇ ਤੌਰ ਤੇ ਆਓ ਇੱਕ ਸਰਲ ਫੈਨਮੈਨ ਡਾਇਗਰਾਮ ਲਈਏ। ਸਰਲ ਫੈਨਮੈਨ ਡਾਇਗਰਾਮ ਬੰਦ ਲੂਪ ਦਾ ਹੋ ਸਕਦਾ ਹੈ, ਜਿਸ ਵਿੱਚ ਕੋਈ ਕਣ ਅੰਦਰ ਜਾਂ ਬਾਹਰ ਨਹੀਂ ਆਉਂਦਾ ਜਾਂਦਾ। ਇਸ ਨੂੰ ਕਿਸੇ ਪ੍ਰੋਪੇਗੇਟਰ ਦੇ ਦੁਆਰਾ ਇੱਕ ਬਿੰਦੂ ਦੇ ਉਸ ਦੇ ਆਪਣੇ ਆਪ ਨਾਲ ਜੋੜਨ ਦੇ ਤੌਰ ਤੇ ਸੋਚਿਆ ਜਾ ਸਕਦਾ ਹੈ। ਇਸ ਨੂੰ ਦੋ ਤਰੀਕੇ ਨਾਲ ਦਰਸਾਇਆ ਜਾ ਸਕਦਾ ਹੈ, ਇੱਕ ਬਿੰਦੂ ਤੋਂ ਸ਼ੁਰੂ ਹੋ ਕੇ ਉਸੇ ਬਿੰਦੂ ਤੇ ਮੁੱਕਣ ਵਾਲਾ, ਜਾਂ ਫਿਰ ਇਸ ਨੂੰ ਇਸ ਬੰਦ ਲੂਪ ਦੇ ਅੰਦਰ ਪ੍ਰਵਾਹ ਹੋ ਸਕਣ ਵਾਲੇ ਸਾਰੇ ਮੋਮੈਂਟਮਾਂ ਦੇ ਉੱਤੇ ਇੱਕ ਜੋੜ ਜਾਂ ਇੰਟੀਗਰਲ ਦੇ ਤੌਰ ਤੇ ਦਰਸਾਇਆ ਜਾ ਸਕਦਾ ਹੈ। ਬਹੁਤ ਸਾਰੇ ਮੋਮੈਂਟਮ ਹੁੰਦੇ ਹਨ, ਛੋਟੇ ਮੋਮੈਂਟਮ, ਮੀਡੀਅਮ ਮੋਮੈਂਟਮ ਤੇ ਬਹੁਤ ਉੱਚੇ ਮੋਮੈਂਟਮ। ਡਾਇਵਰਜੈਂਸਾਂ ਨੂੰ ਜਾਂ ਤਾਂ ਇਸ ਤਰ੍ਹਾਂ ਸੋਚਿਆ ਜਾ ਸਕਦਾ ਹੈ ਕਿ ਕਿਸੇ ਦੋ ਬਿੰਦੂਆਂ ਦੇ ਦਰਮਿਆਨ ਪੈਦਾ ਹੋਣ ਵਾਲੇ ਅਨੰਤਾਂ ਦੇ ਤੌਰ ਤੇ ਸੋਚਿਆ ਜਾ ਸਕਦਾ ਹੈ, ਜੋ ਇੱਕੋ ਬਿੰਦੂ ਹੁੰਦੇ ਹਨ। ਜਾਂ ਇਹਨਾਂ ਨੂੰ ਇਸ ਤਰ੍ਹਾਂ ਵੀ ਸੋਚਿਆ ਜਾ ਸਕਦਾ ਹੈ ਕਿ ਇੰਟੀਗ੍ਰੇਟ ਕਰਨ ਦੇ ਨਾਲ ਬਹੁਤ ਜ਼ਿਆਦਾ ਮੋਮੈਂਟਮ ਸਪੇਸ ਹੁੰਦੀ ਹੈ, ਯਾਨੀ ਕਿ ਵਿਸ਼ਾਲ ਮੋਮੈਂਟਮ ਦੇ ਕਾਰਨ ਡਾਇਵਰਜੈਂਸਾਂ ਵਾਪਰਦੀਆਂ ਹਨ। ਮੋਮੈਂਟਮ ਦਾ ਵੇਵਲੈਂਥ ਨਾਲ ਉਲਟਾ ਸੰਬੰਧ ਹੁੰਦਾ ਹੈ, ਜਿਸ ਕਾਰਨ ਵਿਸ਼ਾਲ ਮੋਮੈਂਟਮ ਬਹੁਤ ਸੂਖਮ ਵੇਵਲੈਂਥਾਂ ਨਾਲ ਸੰਬੰਧਿਤ ਹੁੰਦਾ ਹੈ। ਇਸ ਲਈ ਅਸੀਂ ਪ੍ਰੋਪੇਗੇਟਰ ਨੂੰ ਪੋਜੀਸ਼ਨ ਸਪੇਸ ਜਾਂ ਮੋਮੈਂਟਮ ਸਪੇਸ ਦੇ ਵਿੱਚ ਦਰਸਾ ਸਕਦੇ ਹਾਂ। ਕਣ ਭੌਤਿਕ ਵਿਗਿਆਨ ਦੇ ਵਿੱਚ ਤਿੰਨ ਕਿਸਮ ਦੇ ਕਣ ਹੁੰਦੇ ਹਨ। ਸਪਿਨ ਜ਼ੀਰੋ ਕਣ, ਜਿਨ੍ਹਾਂ ਦੇ ਵਿੱਚ ਫਿਲਹਾਲ ਸਿਰਫ ਇੱਕੋ ਕਣ ਆਉਂਦਾ ਹੈ, ਜਿਸ ਨੂੰ ਹਿਗਸ ਬੋਸਨ ਕਹਿੰਦੇ ਹਨ। ਹਿਗਸ ਬੋਸਨ ਜਿਸ ਨੂੰ ਸਕੇਲਰ ਕਣ ਕਹਿੰਦੇ ਹਨ। ਤੇ ਸਪਿਨ ਹਾਫ ਕਣ ਜਿਹੜੇ ਫਰਮੀਓਨ ਹੁੰਦੇ ਨੇ, ਤੇ ਸਪਿਨ 1 ਕਣ ਜਿਹੜੇ ਗੇਜ਼ ਬੋਸਨ ਹੁੰਦੇ ਨੇ। ਇਸ ਤੋਂ ਇਲਾਵਾ ਸਪਿਨ 2 ਕਣ ਜਿਹੜਾ ਉਹ ਗ੍ਰੈਵਿਟੋਨ ਹੈ, ਜੋ ਜੇ ਖੋਜਿਆ ਨਹੀਂ ਗਿਆ।
ਪ੍ਰੋਪੇਗੇਟਰ ਦੀ ਡੈਫੀਨੇਸ਼ਨ ਇਸ ਤਰੀਕੇ ਨਾਲ ਹੈ, ਤੁਸੀਂ ਵੈਕਿਊਮ ਤੋਂ ਸ਼ੁਰੂ ਕਰਦੇ ਹੋ। ਜਿਵੇਂ ਅਸੀਂ ਇੱਥੇ ਵੈਕਿਊਮ ਲਿਖਿਆ, ਵੈਕਿਊਮ ਦੇ ਬਰਾ ਵੈਕਟਰ ਦੇ ਵਿੱਚ ਵੈਕਿਊਮ ਲਿਖਿਆ 0 ਵੈਕਟਰ, ਤੇ ਫੀਲਡ ਆਪਰੇਟਰ ਫਾਈ ਆਫ ਐਕਸ ਦੇ ਨਾਲ ਆਪਰੇਟ ਕਰਕੇ ਪੋਜੀਸ਼ਨ ਐਕਸ ਦੇ ਉੱਤੇ ਇੱਕ ਕਣ ਪੈਦਾ ਕਰਦੇ ਹੋ। ਇੱਥੇ ਫਾਈ ਆਫ ਐਕਸ ਦੇ ਨਾਲ ਅਸੀਂ ਇੱਕ ਕਣ ਨੂੰ ਪੈਦਾ ਕਰਦੇ ਹਾਂ ਖੱਬੇ ਪਾਸੇ ਨੂੰ ਵੈਕਿਊਮ ਆਪਰੇਟਰ ਵੈਕਿਊਮ ਫੀਲਡ ਤੇ, ਅਤੇ ਫਿਰ ਇਸ ਦਾ ਬਿੰਦੂ ਵਾਈ ਉੱਤੇ ਫਾਈ ਆਫ ਵਾਈ ਫੀਲਡ ਦੇ ਨਾਲ ਪੈਦਾ ਕੀਤੇ ਕਣ ਜਾਣ ਵਾਲੇ ਕਣ ਦੀ ਅਵਸਥਾ ਦੇ ਨਾਲ ਇਨਰ ਪ੍ਰੋਡਕਟ ਲੈਂਦੇ ਹੋ। ਯਾਨੀ ਕਿ ਫਿਰ ਅਸੀਂ ਇੱਥੇ ਇੱਕ ਫੀਲਡ ਵਾਈ ਫਾਈ ਆਫ ਵਾਈ ਜੋ ਵੈਕਿਊਮ ਦੇ ਉੱਤੇ ਆਪਰੇਟ ਕਰਕੇ ਜੋ ਕਣ ਬਣਾਉਂਦੀ ਹੈ, ਇੱਧਰ ਇਹ ਫਾਈ ਆਫ ਐਕਸ ਹੈ ਜੋ ਇਹ ਵੈਕਿਊਮ ਦੇ ਉੱਤੇ ਐਕਸ ਪੋਜੀਸ਼ਨ ਦੇ ਉੱਤੇ ਕਣ ਬਣਾਉਂਦਾ, ਅਤੇ ਇੱਧਰ ਫਾਈ ਆਫ ਵਾਈ ਹੈ ਜਿਹੜਾ ਇਹ ਵੈਕਿਊਮ ਦੇ ਉੱਤੇ ਰਾਈਟ ਸਾਈਡ ਨੂੰ ਕਣ ਬਣਾਉਂਦਾ। ਇਹਨਾਂ ਦਾ ਅਸੀਂ ਇਨਰ ਪ੍ਰੋਡਕਟ ਲੈਂਦੇ ਹਾਂ ਦੋਨਾਂ ਦਾ, ਫਾਈ ਆਫ ਵਾਈ ਅਤੇ ਜੋ 0 ਕੱਟ ਲਿਖਿਆ ਅਤੇ ਨਾਲ ਇੱਧਰ 0 ਬਰਾ ਵੈਕਟਰ ਦਾ 0 ਐਕਸ ਦੇ ਨਾਲ ਜੋ ਆਪਰੇਸ਼ਨ ਹੈ, ਅਤੇ ਦੋਨਾਂ ਦਾ ਅਸੀਂ ਇਨਰ ਪ੍ਰੋਡਕਟ ਲੈਂਦੇ ਹਾਂ। ਤਾਂ ਇਸ ਦੇ ਵਿੱਚ ਐਕਸ ਪੋਜੀਸ਼ਨ ਦੇ ਉੱਤੇ ਇੱਕ ਕਣ ਰੱਖ ਕੇ ਇਸ ਨੂੰ ਵਾਈ ਪੋਜੀਸ਼ਨ ਦੇ ਉੱਤੇ ਖੋਜਣ ਦਾ ਐਂਪਲੀਟਿਊਡ ਪ੍ਰੋਪੇਗੇਟਰ ਕਿਹਾ ਜਾਂਦਾ ਹੈ। ਤਾਂ ਪ੍ਰੋਪੇਗੇਟਰ ਦੀ ਇਹ ਡੈਫੀਨੇਸ਼ਨ ਹੈ ਕਿ ਐਕਸ ਪੋਜੀਸ਼ਨ ਦੇ ਉੱਤੇ ਇੱਕ ਕਣ ਪਹਿਲਾਂ ਹੈ ਅਤੇ ਉਹ ਵਾਈ ਪੋਜੀਸ਼ਨ ਦੇ ਉੱਤੇ ਅਸੀਂ ਖੋਜਣਾ ਹੈ। ਤਾਂ ਐਕਸ ਤੋਂ ਵਾਈ ਤੱਕ ਦਾ ਜਿਹੜਾ ਉਹਦਾ ਰਸਤਾ ਹੈ ਉਹ ਐਂਪਲੀਟਿਊਡ, ਉਹਦਾ ਜਿਹੜਾ ਐਂਪਲੀਟਿਊਡ ਆ ਉੱਥੇ ਤੱਕ ਜਾਣ ਦਾ, ਉਹਦੀ ਜਿਹੜੀ ਸੰਭਾਵਨਾ ਦਾ ਵਰਗਮੂਲ ਹੈ ਉਹ ਐਂਪਲੀਟਿਊਡ, ਉਹ ਪ੍ਰੋਪੇਗੇਟਰ ਕਿਹਾ ਜਾਂਦਾ ਹੈ। ਇਹ ਇਹਨਾਂ ਚੀਜ਼ਾਂ ਦਾ ਇਨਰ ਪ੍ਰੋਡਕਟ ਹੁੰਦਾ ਹੈ, ਇਹ ਇਨਰ ਪ੍ਰੋਡਕਟ ਦੀ ਤਰ੍ਹਾਂ ਹੀ ਹੈ, ਅਤੇ ਇਹ ਇਸ ਤਰੀਕੇ ਨਾਲ ਐਕਸ ਪੋਜੀਸ਼ਨ ਤੋਂ ਵਾਈ ਪੋਜੀਸ਼ਨ ਤੱਕ ਜਾਣ ਵਾਲੇ ਸਿਗਨਲ ਦੇ ਲਈ ਐਂਪਲੀਟਿਊਡ ਹੁੰਦਾ ਹੈ। ਇਹ ਵੈਕਿਊਮ ਅਵਸਥਾ ਦੇ ਅੰਦਰ ਫਾਈ ਆਫ ਐਕਸ ਫਾਈ ਆਫ ਵਾਈ ਵਾਲੇ ਗੁਣਨਫਲ ਦੀ ਐਕਸਪੈਕਟੇਸ਼ਨ ਵੈਲਿਊ ਵੀ ਹੈ। ਇੱਥੇ ਇਸ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਵੈਕਿਊਮ ਵਾਲੇ ਬਰਾ ਤੇ ਕੱਟ ਵੈਕਟਰ ਦੇ ਦਰਮਿਆਨ ਇਸ ਨੂੰ ਸੈਂਡਵਿਚ ਕੀਤਾ ਗਿਆ ਫਾਈ ਆਫ ਐਕਸ ਫਾਈ ਆਫ ਵਾਈ ਦੇ ਗੁਣਨਫਲ ਨੂੰ। ਇਹ ਵੀ ਇੱਕ ਤਰ੍ਹਾਂ ਦਾ ਇਹ ਜੋ ਇਹ ਐਕਸਪੈਕਟੇਸ਼ਨ ਵੈਲਿਊ ਹੈ। ਐਕਸ ਮਾਈਨਸ ਵਾਈ ਦਾ ਹੀ ਫੰਕਸ਼ਨ ਹੈ ਜਿਸ ਨੂੰ ਅਸੀਂ ਪ੍ਰੋਪੇਗੇਟਰ ਕਹਿੰਦੇ ਹਨ, ਅਤੇ ਇਹ ਦੋਵੇਂ ਪੋਜੀਸ਼ਨ ਵੈਕਟਰ ਨੇ ਐਕਸ ਅਤੇ ਵਾਈ, ਉਹਨਾਂ ਦਾ ਹੀ ਇਹ ਇੱਕ ਫੰਕਸ਼ਨ ਹੈ, ਦੂਰੀ ਦਾ ਫੰਕਸ਼ਨ ਹੈ। ਐਕਸ ਅਤੇ ਵਾਈ ਦੋਵੇਂ ਬਿੰਦੂਆਂ ਦੇ ਦਰਮਿਆਨ ਜਿਹੜੀ ਦੂਰੀ ਹੈ। ਇਹ ਸਕੇਲਰ ਕਣ ਲਈ ਸੀ, ਤੇ ਜੋ ਵੀ ਅਸੀਂ ਪੜ੍ਹਿਆ ਇਹ ਸਕੇਲਰ ਕਣ ਦੇ ਲਈ ਸੀ। ਆਓ ਹੁਣ ਫਰਮੀਓਨ ਕਣ ਦੇ ਲਈ ਪਤਾ ਕਰਦੇ ਹਾਂ ਕਿ ਜਿਸ ਦਾ ਸਪਿਨ ਹਾਫ ਹੁੰਦਾ ਹੈ। ਅੱਗੇ ਇੱਕ ਦੂਜਾ ਟੌਪਿਕ ਹੈ ਸਾਡਾ ਕੰਪਟਨ ਵੇਵਲੈਂਥ। ਫਰਮੀਓਨ ਦੇ ਲਈ ਇਹ ਡਿਰਾਕ ਵੇਵ ਫੰਕਸ਼ਨ ਸਾਈ ਦੇ ਨਾਲ ਦਰਸਾਇਆ ਜਾਂਦਾ ਹੈ, ਜਿਸ ਦੇ ਕੁਝ ਕੰਪੋਨੈਂਟ ਹੁੰਦੇ ਹਨ। ਫਰਮੀਓਨ ਫੀਲਡ ਦੇ 4 ਕੰਪਲੈਕਸ ਕੰਪੋਨੈਂਟ ਹੁੰਦੇ ਹਨ, ਪਰ ਜੇਕਰ ਇਹ ਕੋਈ ਪੁੰਜਹੀਣ ਫਰਮੀਓਨ ਹੋਵੇ ਤਾਂ ਇਸ ਦੇ ਸਿਰਫ 2 ਕੰਪੋਨੈਂਟ ਹੀ ਹੋ ਸਕਦੇ ਹਨ। ਇਹ ਵੀ ਵੈਕਿਊਮ ਅੰਦਰ ਐਕਸਪੈਕਟੇਸ਼ਨ ਵੈਲਿਊ ਉੱਤੇ ਹੀ ਡਿਪੈਂਡ ਕਰਦੇ ਹਨ। ਇਹਨਾਂ ਨੂੰ ਵੀ ਸੇਮ ਉਸੇ ਤਰੀਕੇ ਨਾਲ ਲਿਖਿਆ ਜਾਂਦਾ, ਇੱਥੇ ਫਾਈ ਆਫ ਐਕਸ ਫਾਈ ਆਫ ਵਾਈ ਦੀ ਜਗ੍ਹਾ ਸਾਈ ਡੈਗਰ ਆਫ ਐਕਸ ਅਤੇ ਸਾਈ ਆਫ ਵਾਈ ਲਿਖਿਆ ਜਾਂਦਾ। ਇਹਨਾਂ ਫੀਲਡ ਆਪਰੇਟਰਾਂ ਦੇ ਗੈਰ ਸੂਖਮ ਕੰਪੋਨੈਂਟ ਵੀ ਹੁੰਦੇ ਹਨ ਜੋ ਇਹਨਾਂ ਨੂੰ ਇੰਡੈਕਸ ਬਣਤਰ ਦੇ ਵਿੱਚ ਲਿਖਣ ਲਈ ਮਜਬੂਰ ਕਰਦੀ ਹੈ। ਇਹਨਾਂ ਨੂੰ ਆਈ ਅਤੇ ਜੇ ਦਾ ਇੰਡੈਕਸ ਲਾ ਕੇ ਲਿਖਿਆ ਜਾਂਦਾ ਦੋਵਾਂ ਦਾ, ਕਿਉਂਕਿ ਇਹਦੇ ਵਿੱਚ ਸਪਿਨ ਕੰਪੋਨੈਂਟ ਹੁੰਦੇ ਨੇ। ਇਹ ਫਰਮੀਓਨ ਫੀਲਡ ਦੇ ਸਪਿਨਰ ਇੰਡੈਕਸ ਹੁੰਦੇ ਹਨ ਜੋ 4 ਤੱਕ ਜਾਂਦੇ ਹਨ। ਇਹ ਸਪੇਸ ਦੇ ਕੰਪੋਨੈਂਟਾਂ ਦੇ ਨਾਲ ਸੰਬੰਧਿਤ ਨਹੀਂ ਹੁੰਦੇ, ਪਰ ਸਪਿਨਰ ਦੇ ਕੰਪੋਨੈਂਟਾਂ ਦੇ ਨਾਲ ਸੰਬੰਧਿਤ ਇੰਡੈਕਸ ਹੁੰਦੇ ਹਨ। ਇਹ 2 ਪੋਜੀਸ਼ਨਾਂ ਦਾ ਫੰਕਸ਼ਨ ਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ਕੰਪਟਨ ਵੇਵਲੈਂਥ ਡੈਲਟਾ ਦਾ ਕਿਸ ਤਰ੍ਹਾਂ ਦਾ ਫੰਕਸ਼ਨ ਹੈ।
ਜੇਕਰ ਕਣ ਪੁੰਜਹੀਣ ਹੋਣ ਤਾਂ ਇਸ ਦੇ ਵਿੱਚ ਕੋਈ ਵੀ ਪੁੰਜ ਵਾਲੀ ਰਕਮ ਨਹੀਂ ਹੋਵੇਗੀ, ਕਿਉਂਕਿ ਜਿਸ ਸਮੱਸਿਆ ਦੇ ਅੰਦਰ ਸਿਰਫ ਦੋਵੇਂ ਬਿੰਦੂਆਂ ਦੇ ਦਰਮਿਆਨ ਦੂਰੀ ਹੀ ਬਚਦੀ ਹੈ। ਅਗਰ ਇਹਨਾਂ ਦੇ ਵਿੱਚ ਮਾਸ ਵਾਲੀ ਟਰਮ ਨਾ ਹੋਵੇ ਤਾਂ ਫਿਰ ਸਿਰਫ ਦੂਰੀ ਵਾਲੀ ਟਰਮ ਹੀ ਰਹਿ ਜਾਂਦੀ ਹੈ। ਤੇ ਜਦੋਂ ਕਣ ਪੁੰਜ ਰੱਖਦੇ ਹਨ ਤਾਂ ਜਵਾਬ ਕੁਝ ਗੁੰਝਲਦਾਰ ਬਣ ਜਾਂਦਾ ਹੈ, ਜਿਸ ਨੂੰ ਡਾਇਮੈਂਸ਼ਨਾਂ ਦੇ ਵਿਸ਼ਲੇਸ਼ਣ ਤੋਂ ਪੂਰੀ ਤਰ੍ਹਾਂ ਨਾਲ ਅਨੁਮਾਨਿਤ ਨਹੀਂ ਕੀਤਾ ਜਾ ਸਕਦਾ। ਆਓ ਪਹਿਲਾਂ ਪੁੰਜਹੀਣ ਕਣ ਤੋਂ ਸ਼ੁਰੂ ਕਰਦੇ ਹਾਂ। ਫਾਈ ਫੀਲਡ ਅਤੇ ਸਾਈ ਫੀਲਡ ਦੀਆਂ ਡਾਇਮੈਂਸ਼ਨਾਂ ਕੀ ਹੁੰਦੀਆਂ ਹਨ? ਇਸ ਦਾ ਇੱਕ ਮੁੱਢਲਾ ਨਿਯਮ ਹੈ ਕਿ ਐਕਸ਼ਨ ਹਮੇਸ਼ਾ ਡਾਇਮੈਂਸ਼ਨ ਮੁਕਤ ਹੁੰਦਾ ਹੈ। ਐਕਸ਼ਨ ਦੀਆਂ ਯੂਨਿਟਾਂ ਆਮ ਤੌਰ ਤੇ ਪਲੈਂਕ ਕਾਂਸਟੈਂਟ ਵਾਲੀਆਂ ਹੁੰਦੀਆਂ, ਜਿਸ ਨੂੰ ਅਸੀਂ ਇੱਕ ਮੰਨ ਕੇ ਚੱਲਦੇ ਹਾਂ। ਇਸ ਲਈ ਐਕਸ਼ਨ ਦੀ ਡਾਇਮੈਂਸ਼ਨ 0 ਹੁੰਦੀ ਹੈ। ਤੇ ਸਕੇਲਰ ਫੀਲਡ ਦੀਆਂ ਡਾਇਮੈਂਸ਼ਨਾਂ ਇਨਵਰਸ ਲੈਂਥ ਵਾਲੀਆਂ ਹੁੰਦੀਆਂ ਹਨ। ਇਸ ਤਰ੍ਹਾਂ ਕੰਪਟਨ ਵੇਵ ਲੈਂਥ ਦੀਆਂ ਡਾਇਮੈਂਸ਼ਨਾਂ ਇਨਵਰਸ ਲੈਂਥ ਸਕੇਅਰ ਹੁੰਦੀਆਂ ਹਨ। ਯਾਨੀ ਕਿ ਸਕੇਲਰ ਕਣ ਸਿਰਫ ਉਹਨਾਂ ਦੇ ਦਰਮਿਆਨ ਆਪਸੀ ਦੂਰੀ ਉੱਤੇ ਹੀ ਨਿਰਭਰ ਕਰਦੇ ਹਨ। ਕੋਆਰਡੀਨੇਟਾਂ ਦੇ ਤਬਦੀਲ ਹੋਣ ਦੇ ਨਾਲ ਇਹਨਾਂ ਦੇ ਮੁੱਲ ਨੂੰ ਕੋਈ ਫਰਕ ਨਹੀਂ ਪੈਂਦਾ। ਇੱਥੇ ਇਹਨਾਂ ਦੀ ਆਪਸੀ ਦੂਰੀ ਨੂੰ ਡੈਲਟਾ ਦੇ ਅੱਖਰ ਦੇ ਨਾਲ 4 ਵੈਕਟਰ ਦੇ ਰੂਪ 'ਚ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈ। ਡੈਲਟਾ ਮਿਊ ਤੇ ਡੈਲਟਾ ਮਿਊ ਇੱਕ ਵਾਰ ਅਪ ਸਾਈਡ ਲਿਖਿਆ, ਇੱਕ ਵਾਰੀ ਥੱਲੇ ਸਾਈਡ। ਜਦੋਂ ਪੁੰਜ ਸ਼ਾਮਲ ਹੁੰਦਾ ਹੈ ਤਾਂ ਕੀ ਵਾਪਰਦਾ ਹੈ? ਇੱਥੇ ਪ੍ਰੋਪਗੇਟਰਾਂ ਦੇ ਲਈ ਨਿਯਮ ਹੈ। ਬਹੁਤ ਜ਼ਿਆਦਾ ਵਿਸ਼ਾਲ ਮੋਮੈਂਟਮ ਦੇ ਉੱਤੇ ਪੁੰਜ ਨੂੰ ਭੁੱਲ ਜਾਣਾ ਹੁੰਦਾ ਹੈ। ਜਿਵੇਂ ਕਿਸੇ ਕਣ ਦੀ એનર્ਜੀ ਇਸ ਤਰੀਕੇ ਨਾਲ ਹੁੰਦੀ ਹੈ, E = √p² + m²। ਇਹਦੇ ਵਿੱਚ c² ਦੀ ਟਰਮ ਨਹੀਂ ਲਿਖੀ ਜਾਂਦੀ ਕਿਉਂਕਿ c ਨੂੰ 1 ਮੰਨਿਆ ਗਿਆ। ਤੇ ਪੁੰਜਹੀਣ ਕਣ ਦੇ ਮਾਮਲੇ ਵਿੱਚ ਇਹ ਸਿਰਫ ਇੰਨੀ ਹੁੰਦੀ ਹੈ, ਅਗਰ m 0 ਹੋਵੇ ਤਾਂ ਸਿਰਫ ਇਹ p ਦਾ ਅੰਡਰ ਰੂਟ ਹੀ ਬਣਦਾ। એનર્ਜੀ ਹੈ ਜੋ p ਦੇ ਬਰਾਬਰ ਹੀ ਆ ਜਾਂਦੀ ਹੈ, ਫਿਰ p² ਦਾ ਅੰਡਰ ਰੂਟ p ਆ ਜਾਂਦਾ। ਪਰ ਜਦੋਂ ਮੋਮੈਂਟਮ p ਦੀ ਮਾਤਰਾ ਪੁੰਜ m ਤੋਂ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਵੀ ਸੰਖੇਪਤਾ ਵਰਤਦੇ ਹੋਏ એનર્ਜੀ ਦਾ ਮੁੱਲ ਤਕਰੀਬਨ ਮੋਮੈਂਟਮ ਜਿੰਨਾ ਹੀ ਰਹਿੰਦਾ ਹੈ। ਯਾਨੀ ਕਿ ਬਹੁਤ ਸੂਖਮ ਦੂਰੀਆਂ ਉੱਤੇ ਵਿਸ਼ਾਲ ਮੋਮੈਂਟਮ ਹੀ ਚੀਜ਼ਾਂ ਨੂੰ ਕੰਟਰੋਲ ਕਰਦਾ ਹੈ, ਪਰ ਜ਼ਿਆਦਾ ਦੂਰੀਆਂ ਦੇ ਲਈ ਸੋਧ ਕਰਨੀ ਪੈਂਦੀ ਹੈ। ਆਓ ਇਸ ਫੰਕਸ਼ਨ ਦਾ ਗ੍ਰਾਫ ਬਣਾਈਏ। ਡੈਲਟਾ ਇਨਵਰਸ ਸਕੇਅਰ ਛੋਟੀਆਂ ਦੂਰੀਆਂ ਲਈ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਵੱਡੀਆਂ ਦੂਰੀਆਂ ਦੇ ਲਈ ਫਿਰ ਸੁਚਾਰੂ ਰੂਪ ਵਿੱਚ ਡਿੱਗ ਜਾਂਦਾ ਹੈ। ਜਿਵੇਂ ਇੱਥੇ ਦਿਖਾਇਆ ਗਿਆ ਹੈ ਕਿ ਅਗਰ ਦੂਰੀ ਘੱਟ ਹੈ ਤਾਂ ਇਹ ਬਹੁਤ ਹਾਈ ਵੈਲਿਊ ਰੱਖਦਾ ਹੈ, ਤੇ ਜਦੋਂ ਦੂਰੀ ਜ਼ਿਆਦਾ ਹੋ ਜਾਂਦੀ ਹੈ ਫਿਰ ਇਹ ਬਿਲਕੁਲ ਡਿੱਗ ਜਾਂਦਾ। ਇਸਦਾ ਜਿਹੜਾ ਵੈਲਿਊ ਆ ਘਟ ਜਾਂਦੀ ਹੈ। ਤੇ ਜੇਕਰ ਕਣ ਦਾ ਪੁੰਜ ਹੋਵੇ ਤਾਂ ਜਦੋਂ ਡੈਲਟੇ ਦਾ ਮੁੱਲ ਇਨਵਰਸ ਸਕੇਅਰ ਦੇ ਤੋਂ ਵੱਡਾ ਹੋ ਜਾਂਦਾ ਹੈ, ਜਿਸ ਨੂੰ ਕਣ ਦੀ ਕੰਪਟਨ ਵੇਵਲੈਂਥ ਕਹਿੰਦੇ ਹਨ। ਉਸ ਦੂਰੀ ਨੂੰ ਕੰਪਟਨ ਵੇਵਲੈਂਥ ਜਦੋਂ ਡੈਲਟਾ ਇਨਵਰਸ ਸਕੇਅਰ ਤੋਂ ਜ਼ਿਆਦਾ ਹੋ ਜਾਂਦਾ ਹੈ, ਫਿਰ ਪ੍ਰੋਪੇਗੇਟਰ ਦਾ ਮੁੱਲ ਡਿੱਗ ਜਾਂਦਾ ਹੈ। ਯਾਨੀ ਕਿ ਫਿਰ ਕਣ ਦਾ ਭਾਰੀ ਪੁੰਜ ਲੈ ਕੇ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਦੂਰੀ ਤੱਕ ਜਾਣਾ ਕੁਝ ਮੁਸ਼ਕਲ ਹੋ ਜਾਂਦਾ ਹੈ। ਜਦੋਂ ਇਸ ਕਣ ਦਾ ਪੁੰਜ ਹਲਕਾ ਹੁੰਦਾ ਹੈ ਤਾਂ ਇਹ ਲੰਬੀ ਦੂਰੀ ਤੱਕ ਜਾ ਸਕਦਾ ਹੈ। ਇਸੇ ਕਾਰਨ ਪੁੰਜਹੀਣ ਕਣਾਂ ਦੁਆਰਾ ਸੰਚਾਰਿਤ ਹੋਣ ਵਾਲੇ ਫੋਰਸ ਪੁੰਜਯੁਕਤ ਕਣਾਂ ਦੇ ਨਾਲ ਮੀਡੀਏਟ ਹੋਣ ਵਾਲੇ ਫੋਰਸਾਂ ਨਾਲੋਂ ਜ਼ਿਆਦਾ ਲੰਬੀ ਰੇਂਜ ਵਾਲੇ ਹੁੰਦੇ ਹਨ। ਮੰਨ ਲਓ ਹੁਣ ਫੀਲਡ ਦਾ ਪੁੰਜ 0 ਹੈ, ਜਿਸ ਵਿੱਚ ਸਮੱਸਿਆ ਦੇ ਅੰਦਰ ਡੈਲਟਾ ਤੋਂ ਇਲਾਵਾ ਕੋਈ ਲੰਬਾਈ ਦੀ ਸਕੇਲ ਨਹੀਂ ਹੁੰਦੀ, ਤਾਂ ਪ੍ਰੋਪੇਗੇਟਰ ਫਾਈ ਆਫ x ਮਲਟੀਪਲਾਈਡ ਬਾਈ ਫਾਈ ਆਫ y ਡਾਇਮੈਂਸ਼ਨਾਂ ਦੇ ਪੱਧਰ ਉੱਤੇ ਕੀ ਹੋਣਾ ਚਾਹੀਦਾ ਹੈ? ਇਹ ਇਨਵਰਸ ਲੈਂਥ ਸਕੇਅਰ ਹੋਣਾ ਚਾਹੀਦਾ ਹੈ, ਜੋ ਸਿਰਫ ਦੋਵੇਂ ਬਿੰਦੂਆਂ ਦੇ ਦਰਮਿਆਨ ਦੂਰੀ ਉੱਤੇ ਨਿਰਭਰ ਹੋ ਸਕਦਾ ਹੈ। ਇਹ ਸਪੇਸ ਦੀ ਇਕਸਾਰਤਾ ਜਾਂ ਯੂਨੀਫਾਰਮਿਟੀ ਹੁੰਦੀ ਹੈ, ਜੋ ਕੋਆਰਡੀਨੇਟ ਤਬਦੀਲੀ ਅਧੀਨ ਸਥਿਰ ਰਹਿੰਦੀ ਹੈ। ਤਾਂ ਇਸ ਨੂੰ ਟਰਾਂਸਲੇਸ਼ਨ ਇਨਵੇਰੀਐਂਟ ਹੋਣਾ ਪੈਂਦਾ। ਇਨਵੇਰੀਐਂਟ ਦਾ ਮਤਲਬ ਸਥਿਰ ਹੋਣਾ ਪੈਂਦਾ। ਟਰਾਂਸਲੇਸ਼ਨ ਦਾ ਮਤਲਬ ਹੈ ਜਦੋਂ ਇਸ ਨੂੰ ਖਿਸਕਾਇਆ ਜਾਂਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਤਾਂ ਇਸ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ।
ਇਸ ਨੂੰ ਲੋਰੈਂਟਸ ਇਨਵੇਰੀਐਂਟ ਵੀ ਹੋਣਾ ਪੈਂਦਾ ਹੈ। ਤਾਂ ਲੋਰੈਂਟਸ ਟਰਾਂਸਫਰਮੇਸ਼ਨ ਆਪਾਂ ਸਪੈਸ਼ਲ ਰਿਲੇਟਿਵਿਟੀ ਦੇ ਵਿੱਚ ਪੜ੍ਹਾਂਗੇ। ਤਾਂ ਉਹ ਉਹ ਵੀ ਪਰਿਵਰਤਨ ਅਗਰ ਇਹ 'ਚ ਕੀਤਾ ਜਾਂਦਾ ਤਾਂ ਉੱਥੇ ਵੀ ਇਹਦੀ ਵੈਲਿਊ ਸਥਿਰ ਰਹਿੰਦੀ ਹੈ। ਕਿ ਲੋਰੈਂਟਸ ਫਰੇਮਾਂ ਨੂੰ ਘੁਮਾਉਣ ਤੇ ਇਸ ਦਾ ਮੁੱਲ ਨਹੀਂ ਬਦਲਣਾ ਚਾਹੀਦਾ। ਯਾਨੀ ਕਿ ਇਹ ਸਿਰਫ ਦੋਵੇਂ ਬਿੰਦੂਆਂ ਦੇ ਦਰਮਿਆਨ ਪ੍ਰੋਪਰ ਡਿਸਟੈਂਸ ਉੱਤੇ ਨਿਰਭਰ ਕਰਦਾ ਹੈ। ਇੱਥੇ ਦੋਸਤੋ ਪ੍ਰੋਪਰ ਸ਼ਬਦ ਅੰਗਰੇਜ਼ੀ ਦਾ ਮੈਂ ਜਾਣਬੁੱਝ ਕੇ ਲਿਖਿਆ ਕਿਉਂਕਿ ਪ੍ਰੋਪਰ ਡਿਸਟੈਂਸ ਰਿਲੇਟਿਵਿਟੀ ਵਿੱਚ ਆਪਾਂ ਪੜਾਂਗੇ ਇਸ ਨੂੰ ਕੀ ਕਿਹਾ ਜਾਂਦਾ, ਬੜੀ ਟੈਕਨੀਕਲ ਟਰਮ ਹੈ। ਜੋ 4 ਵੈਕਟਰ ਅਰਸਾ ਹੁੰਦਾ ਹੈ। ਇੱਥੇ ਜਿਹੜੀ ਦੂਰੀ ਹੈ ਉਸ ਨੂੰ 4 ਵੈਕਟਰ ਅਰਸਾ ਕਿਹਾ ਗਿਆ ਹੈ, 4 ਵੈਕਟਰ ਇੰਟਰਵਲ। ਇਹ ਕਾਫੀ ਸਿੰਪਲ ਚੀਜ਼ ਨਹੀਂ ਹੈਗੀ। ਇਸ ਦੇ ਬਾਰੇ ਆਪਾਂ ਅ, ਫਿਰ ਅਗਲੇ ਕੋਰਸ ਵਿੱਚ ਕਿਸੇ ਵਿੱਚ ਸਪੈਸ਼ਲ ਰਿਲੇਟਿਵਿਟੀ ਦੇ ਵਿੱਚ ਪੜਾਂਗੇ ਚੰਗੀ ਤਰ੍ਹਾਂ 4 ਵੈਕਟਰ ਬਾਰੇ। ਜਦੋਂ ਸਮੱਸਿਆ ਦੇ ਅੰਦਰ ਪੁੰਜ ਹੁੰਦਾ ਹੈ ਤਾਂ ਅਸੀਂ ਕੁਝ ਇਸ ਤਰੀਕੇ ਦੀ ਚੀਜ਼ ਪ੍ਰਾਪਤ ਕਰਦੇ ਹਾਂ। ਈ ਰੇਜ਼ਡ ਪਾਵਰ ਮਾਈਨਸ ਡੈਲਟਾ ਐਮ ਡਿਵਾਈਡ ਬਾय ਡੈਲਟਾ ਸਕੁਏਅਰ, ਜਿਸ ਦੇ ਵਿੱਚ ਈ ਰੇਜ਼ਡ ਪਾਵਰ ਮਾਈਨਸ ਡੈਲਟਾ ਐਮ ਇੱਕ ਬਰਾਬਰ ਹੋ ਜਾਂਦਾ ਜਦੋਂ ਡੈਲਟਾ ਬਹੁਤ ਘੱਟ ਹੁੰਦਾ, ਬਹੁਤ ਸੂਖਮ ਹੁੰਦਾ। ਤਾਂ ਇਸ ਤੋਂ ਬਾਅਦ ਅੱਗੇ ਆਪਾਂ ਰੋਟੇਸ਼ਨ ਸਮਿੱਟੀ ਬਾਰੇ ਪੜਾਂਗੇ ਅਗਲੇ ਭਾਗ ਵਿੱਚ। ਭਾਗ 3 ਸਮਾਪਤ ਹੁੰਦਾ। ਵੀਡੀਓ ਦੇਖਣ ਲਈ ਧੰਨਵਾਦ। ਮਿਲਦੇ ਹਾਂ ਅਗਲੇ ਭਾਗ ਵਿੱਚ ਸੁਪਰ ਸਮਿਟਰੀ ਥਿਊਰੀ ਭਾਗ 4 ਵਿੱਚ।